ਇਹ ਚਾਰ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ 748 ਪੰਨੇ 'ਤੇ ਦੇਖੀਏ ਗੁਰੂ ਸਾਹਿਬ ਕੀ ਕਹਿ ਰਹੇ ਹਨ। ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਦੇ ਲਾਸਟ ਟਾਈਮ ਤੱਕ ਅਸੀਂ ਪੰਜਵੀਂ ਪਾਤਸ਼ਾਹੀ ਦੇ 51 ਸ਼ਬਦ ਪੜ੍ਹ ਲਏ ਸਨ। ਅੱਜ ਆਓ ਅਸੀਂ 52 ਨੰਬਰ ਵਾਲਾ ਸ਼ਬਦ ਪੜ੍ਹੀਏ। ਇਹਦੀ ਰਹਾਉ ਦੀ ਤੁਕ ਹੈ ਜੀ। ਮੇਰੇ ਰਾਮ ਰਾਏ ਤੁਧ ਚਿਤ ਆਇਆ ਉਬਰੈ, तेरी टेक प्रवासा तुम्हारा जप नाम तुम्हारा उधरे। रहाओ, रहाओ की तुक है जी। हे मेरे राम, तू जदों जिदे भी मन विच आ जाना है वो डुबणों बच जाता है। तेरे आसरे दे विच, तेरे भरोसे दे विच ਜਿਹੜਾ ਵੀ ਤੇਰਾ ਨਾਮ ਜਪਦਾ ਹੈ ਉਹ ਵਕਾਰਾਂ ਤੋਂ ਬਚਾ ਲਿਆ ਜਾਂਦਾ ਹੈ। ਇਹ ਰਹਾਉ ਦੀ ਤੁਕ ਸੀ ਜੀ। ਇਸ ਤੋਂ ਪਹਿਲੀ ਤੁਕ ਹੈ ਜੀ। ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ, ਪਏ ਤੇਰੀ ਸਰਣਾਈ, ਤੇਰਾ ਮਾਣ ਤਾਣ ਰਿਦ ਅੰਤਰ, ਹੋਰ ਦੂਜੀ ਆਸ ਚੁਕਾਈ। ਜਿਹੜੇ ਵੀ ਤੇਰੇ ਸਰਣ ਵਿੱਚ ਆ ਜਾਂਦੇ ਹਨ, ਤੇਰੇ ਆਸਰੇ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਉਹਨਾਂ ਦੀਆਂ ਮਨ ਦੀਆਂ ਬਹੁਤ ਵੱਡੀਆਂ ਵੱਡੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ, ਜਿਨ੍ਹਾਂ ਤੋਂ ਉਹਨਾਂ ਨੇ ਪਰੇਸ਼ਾਨ ਹੋਣਾ ਸੀਗਾ, ਉਹਨਾਂ ਤੋਂ ਤੂੰ ਉਹਨਾਂ ਨੂੰ ਬਚਾ ਲੈਂਦਾ ਹੈ। ਉਹ ਤੇਰੇ ਹੀ ਮਾਣ ਦੇ ਵਿੱਚ, ਤੇਰੀ ਹੀ ਇੱਜ਼ਤ ਦੇ ਵਿੱਚ, ਤੇਰੀ ਹੀ ਤਾਕਤ ਦੇ ਬਲ ਦੇ ਬੂਤੇ ਦੇ ਅੰਦਰ ਹੀ ਸਿਰਫ ਤੇਰੇ ਹੀ ਆਸਰੇ 'ਚ ਚੱਲ ਰਹੇ ਹੁੰਦੇ ਹਨ। ਉਹਨਾਂ ਨੇ ਦੂਜੇ ਕਿਸੇ ਦੀ ਵੀ ਆਸ ਨਹੀਂ ਰੱਖੀ ਹੁੰਦੀ ਹੈ। ਅੰਧਕੂਪ ਤੇ ਕੱਢ ਲਈਏ ਤੁਮ, ਆਪ ਪਏ ਕਿਰਪਾਲਾ, ਸਾਰ ਸੰਭਾਲ ਸਰਬ ਸੁਖ ਦੀਏ, ਆਪ ਕਰੇ ਪ੍ਰਿਤਪਾਲਾ। ਜਿਹਦੇ ਉੱਤੇ ਵੀ ਤੂੰ ਕਿਰਪਾ ਕਰਦਾ ਹੈ, ਉਹਨਾਂ ਨੂੰ ਤੂੰ ਉਹਨਾਂ ਦੇ ਹਨੇਰੇ ਵਾਲੇ ਖੂਹ, ਮਤਲਬ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਉਲਟ ਪੁਲਟ ਇੱਛਾਵਾਂ ਆ ਰਹੀਆਂ ਹੁੰਦੀਆਂ ਹਨ ਜਾਂ ਮੁਸ਼ਕਿਲਾਂ ਵਾਲੇ ਕੰਮਾਂ 'ਚ ਪਏ ਹੁੰਦੇ ਹਨ, ਉਹਨਾਂ 'ਚ ਤੂੰ ਬਾਹਰ ਕੱਢ ਲੈਂਦਾ ਹੈ। ਉਹਨਾਂ ਨੂੰ ਸਿੱਧਾ ਠੀਕ ਰਸਤਾ ਦੱਸ ਦਿੰਦਾ ਹੈ। ਸਾਰ ਸੰਭਾਲ ਸਰਬ ਸੁਖ ਦੀਏ, ਆਪ ਕਰੇ ਪ੍ਰਿਤਪਾਲਾ। ਤੂੰ ਸਾਰਿਆਂ ਨੂੰ ਤੂੰ ਹੀ ਸੰਭਾਲਦਾ ਹੈ, ਸਾਰਿਆਂ ਨੂੰ ਤੂੰ ਹੀ ਸੁੱਖ ਦਿੰਦਾ ਹੈ। ਜਿਹੜੇ ਵੀ ਤੇਰੀ ਸ਼ਰਨ ਵਿੱਚ ਆ ਗਏ ਹੁੰਦੇ ਹਨ, ਉਹਨਾਂ ਦੀ ਤੂੰ ਪ੍ਰਿਤਪਾਲਤਾ ਵੀ, ਪਾਲਣਾ ਵੀ, ਪਾਲਣ ਪੋਸ਼ਣ ਵੀ ਤੂੰ ਆਪ ਹੀ ਕਰਦਾ ਹੈ। ਆਪਣੀ ਨਦਰ ਕਰੇ ਪਰਮੇਸ਼ਵਰ, ਬੰਧਨ ਕਾਟ ਛਡਾਏ, ਆਪਣੀ ਭਗਤ ਪ੍ਰਭ ਆਪ ਕਰਾਈ, ਆਪੇ ਸੇਵਾ ਲਾਏ। ਤੂੰ ਉਹਨਾਂ ਉੱਤੇ ਆਪ ਹੀ ਕਿਰਪਾ ਕਰਦਾ ਹੈ ਔਰ ਉਹਨਾਂ ਦੇ ਮੋਹ ਮਾਇਆ ਦੇ ਸਾਰੇ ਬੰਧਨ ਜਿਹੜੇ ਹੈ ਉਹ ਕੱਟ ਦਿੰਦਾ ਹੈ। ਉਹਨਾਂ ਨੂੰ ਮੋਹ ਮਾਇਆ ਦੇ ਬੰਧਨ ਤੋਂ ਛੁਡਾ ਲੈਂਦਾ ਹੈ। ਤੂੰ ਆਪ ਹੀ ਉਹਨਾਂ ਨੂੰ ਆਪਣੀ ਭਗਤੀ ਕਰਨ ਲਈ ਲਾਇਆ ਹੋਇਆ ਹੈ ਔਰ ਆਪ ਹੀ ਉਹਨਾਂ ਨੂੰ ਸੇਵਾ ਦੇ ਕੰਮਾਂ ਵਿੱਚ ਲਗਾਇਆ ਹੋਇਆ ਹੈ। ਪਰਮ ਗਿਆ ਪੈ ਮੋਹ ਬਿਨਾਸੇ, ਮਿਟਿਆ ਸਗਲ ਵਿਸੂਰਾ, ਨਾਨਕ ਦਇਆ ਕਰੀ ਸੁਖ ਦਾਤੈ, ਭੇਟਿਆ ਸਤਿਗੁਰ ਪੂਰਾ। ਨਾਨਕ ਕਹਿ ਰਹੇ ਹਨ ਕਿ ਹੇ ਸੁੱਖ ਦੇਣ ਵਾਲੇ ਦਾਤੇ, ਹੇ ਪਰਮਾਤਮਾ, ਤੇਰੀ ਦਇਆ ਜਦੋਂ ਹੁੰਦੀ ਹੈ ਤਾਂ ਤੂੰ ਗੁਰੂ ਦੇ ਨਾਲ ਉਸ ਜੀਵ ਨੂੰ ਮਿਲਾ ਦਿੰਦਾ ਹੈ ਔਰ ਗੁਰੂ ਨੂੰ ਮਿਲਣ ਤੋਂ ਬਾਅਦ ਉਹਦੇ ਮਨ ਦੇ ਸਾਰੇ ਵਹਿਮ ਖਤਮ ਹੋ ਜਾਂਦੇ ਹਨ। ਡਰ ਔਰ ਜੋ ਮੋਹ ਮਾਇਆ ਦੇ ਵਿੱਚ ਉਹਨੇ ਫਸਿਆ ਹੁੰਦਾ ਹੈ ਉਹ ਸਾਰੇ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਹਨ ਉਹਦੇ ਵਹਿਮ ਵਗੈਰਾ, ਔਰ ਉਸ ਦੀਆਂ ਸਾਰੀਆਂ ਚਿੰਤਾ ਮਨ ਦੀਆਂ ਖਤਮ ਹੋ ਜਾਂਦੀਆਂ, ਉਹ ਚਿੰਤਾ ਰਹਿਤ ਹੋ ਜਾਂਦਾ ਹੈ। ਨੈਕਸਟ ਸ਼ਬਦ ਜੀ। ਸੂਹੀ ਮਹੱਲਾ ਪੰਜਵਾਂ। ਇਹਦੀ ਰਹਾਉ ਦੀ ਤੁਕ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ
आप कराए सर्व निरंतर सोई। हे परमात्मा, मेरे तो कुछ नहीं हो सकता, मैं कुछ नहीं कर सकता हाँ। तू आप ही ਕਰਨ वाला है और आप ही तू करवाण वाला है। तू सारिਆਂ ਦੇ ਅੰਦਰ ਇੱਕ ਰਸ ਵਸਦਾ ਹੋਇਆ ਆਪ ਹੀ ਕਰਦਾ ਕਰਵਾਉਂਦਾ ਹੈ। ਇਹ ਰਹਾਉ ਦੀ ਤੁਕ ਸੀ ਜੀ। ਇਸ ਤੋਂ ਪਹਿਲੀ ਤੁਕ ਹੈ, जब कछु नसियो तब क्या करता, कवन कर्म कर आया, अपना खेल आप कर देखे, ठाकुर रचन रचाया। ਜਦੋਂ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਸੀਗਾ ਤਾਂ ਮੈਂ ਕੀ ਕੀਤਾ ਸੀਗਾ, ਜਾਂ ਅਸੀਂ ਜੀਵ ਜੰਤੂ ਕੀ ਕਰ ਸਕਦੇ ਸੀਗੇ, ਅਸੀਂ ਕਿਹੜੇ ਕਰਮ ਕੀਤੇ ਸੀਗੇ ਕਿ ਅਸੀਂ ਇੱਥੇ ਪੈਦਾ ਹੋ ਗਏ, ਜਨਮ ਲੈ ਲਏ, ਇਸ ਧਰਤੀ 'ਤੇ ਆ ਗਏ। ਆਪਣਾ ਖੇਲ ਆਪ ਕਰ ਦੇਖਿਆ, ਠਾਕੁਰ ਰਚਨ ਰਚਾਇਆ। ਪਰਮਾਤਮਾ ਜਿਹੜਾ ਹੈ ਆਪ ਹੀ ਇਹਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ, ਬਣਾਇਆ ਹੈ, ਕ੍ਰੀਏਟ ਕੀਤੀ ਹੈ। ਆਪ ਹੀ ਇਹ ਕ੍ਰੀਏਟਰ ਹੈ ਔਰ ਆਪ ਹੀ ਉਹਨਾਂ ਨੂੰ ਦੇਖ ਰਿਹਾ ਹੈ। ਮਤਲਬ ਕਿ ਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ ਕਿ ਉਹਨੂੰ ਹੀ ਪਤਾ ਹੈ ਕਿ ਕਿੱਦਾਂ, ਕਿਸ ਟਾਈਮ 'ਤੇ ਕੀ ਕੀ ਕੰਮ ਕਰਨੇ ਹਨ। ਸਾਨੂੰ ਉਹਨਾਂ ਭੁਲੇਖਿਆਂ ਵਿੱਚ ਪੈਣ ਦੇ ਨਾਲ ਕੋਈ ਮਤਲਬ ਨਹੀਂ ਹੈ ਔਰ ਸਾਨੂੰ ਸਮਝ ਵੀ ਨਹੀਂ ਆ ਸਕਦੀ ਹੈ ਕਿ ਉਹ ਕਿੱਦਾਂ ਔਰ ਕਿਉਂ ਔਰ ਕਿਸ ਵਾਸਤੇ ਉਹਨੇ ਸਾਰਾ ਕੁਝ ਰਚਿਆ ਹੈ। ਗਣਤੀ ਗਣੀ ਨ ਛੂਟੈ ਕਤਹੂੰ ਕਾਚੀ ਦੇਹ ਇਆਣੀ, ਕਿਰਪਾ ਕਰੋ ਪ੍ਰਭ ਕਰਨੇ ਹਾਰੇ, ਤੇਰੀ ਬਖਸ਼ ਨਿਰਾਲੀ। हे परमात्मा, मैं एक ना समझे आदमी की जिहड़ी देह, जिहड़ा शरीर है वो भी खत्म हो जाने वाला है। जे मेरे तू कीते हुए कर्मां की गिणती करनी चालू कर देंगा तो मैं तो इन्ने पाप किए हैं कि मैं बच नहीं सकता हाँ। हे प्रभु, हे ਕਰਨ ਕਰਾਉਣ ਵਾਲੇ परमात्मा, ਮੈਨੂੰ ਬਚਾ ਲੈ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਤੇਰੀ ਕਿਰਪਾ ਜਿਹੜੀ ਹੈ, ਬਖਸ਼ਿਸ਼ ਜਿਹੜੀ ਹੈ, ਬਚਾਉਣ ਦੇ ਤਰੀਕੇ ਜਿਹੜੇ ਹਨ ਬੜੇ ਹੀ ਕਈ ਤਰੀਕਿਆਂ ਦੇ ਨਿਰਾਲੇ ਅਜੀਬ ਕਿਸਮਾਂ ਦੇ ਕਈ ਤਰੀਕੇ ਨਾਲ ਤੂੰ ਬਚਾ ਲੈਂਦਾ ਹੈ ਮੈਨੂੰ। हे प्रभु ਬਖਸ਼ ਲੈ, ਬਚਾ ਲੈ। ਜੀਅ ਜੰਤ ਸਭ ਤੇਰੇ ਕੀਤੇ, ਘਟ ਘਟ ਤੂੰ ਹੀ ਧਿਆਈ ਹੈ, तेरी गत में तू है जाने, कुदरत कीम न पाइए। जिन्ने भी जीव जंत हैं दिखाई दे रहे हैं या ना भी दिखाई दे रहे हैं, ये सारी सृष्टि तेरे सारे तेरे ही बनाए हुए हैं और सारे दे अंदर तू आप ही है और वो सारे जीव जंतु तैनू ही याद करते हैं हर टाइम ते। तू आप ही ये आत्मक अवस्था और की तेरी किन्नी तेरी डूंघाई है वो तू आप ही सारा कुछ जानता है। मैं तेरी कुदरत बनाई हुई कुदरत की कीमत के किन्नी वड्डी है वो कुछ नहीं दस सकता हाँ, कुछ नहीं समझ सकता हाँ। निर्गुण मुगत अजान अज्ञानी, करम धर्म नहीं जाना, दया कर नानक गुण गावै, मिठा लगे तेरा पाना। मेरे कोई गुण नहीं हैं, मैं बिल्कुल मूर्ख हाँ, कोई चीज़ां समझदा नहीं हाँ और मैनू किसी चीज़ का ज्ञान भी नहीं है और मैनू यह भी नहीं पता कि अपने धर्मां दे अपने धर्म वास्ते मेरा की धर्म है और मैनू उहदे वास्ते की कुछ करना चाहिए है। नानक कह रहे हैं कि हे परमात्मा, मेरे उत्ते गुण कर, मेरे उत्ते दया कर, मैं हर टाइम उत्ते तेरे गुण गाना हाँ, तेरी ही सिफत सलाह करता हाँ और मैनू हर टाइम उत्ते जिद्दां भी तू रखना है मैं उहदे च खुश हाँ। गुरु साहब सानू दस रहे हैं कि असी उसकी किस तरह की कीमत है कुदरत की वो नहीं पा सकते, किद्दां उन्हें और क्यों क्रिएट की वो नहीं समझ सकते हाँ। असी सिर्फ उसदे अगे रिक्वेस्ट कर सकते हाँ कि सानू साडे उत्ते दया कर, असी
ਸਾਰਾ ਟਾਈਮ ਉਹਦੇ ਨਾਮ ਜਪਦੇ ਰਹੀਏ ਔਰ ਉਹਦੇ ਭਾਣੇ ਵਿੱਚ ਚੱਲਦੇ ਰਹੀਏ। ਬਸ ਅਸੀਂ ਇੰਨਾ ਵੀ ਕੁਛ ਕਰਦੇ ਰਹੀਏ ਅਤੇ ਉਹ ਸਾਡੀ ਰਿਕੁਐਸਟ ਮੰਨ ਸਕਦਾ ਹੈ। ਨੈਕਸਟ ਸ਼ਬਦ ਹੈ ਜੀ ਸੂਹੀ ਮਹੱਲਾ ਪੰਜਵਾਂ। ਮਹੱਲਾ ਪੰਜਵਾਂ। ਭਾਗ ਠੜੇ ਹਰ ਸੰਤ ਤੁਮਹਾਰੇ, ਜਿਨ ਕਰ ਤਨ ਹਰ ਨਾਮ। ਭਾਗ ਠੜੇ ਹਰ ਸੰਤ ਤੁਮਹਾਰੇ, ਜਿਨ ਕਰ ਤਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਉਹ ਸੰਤ ਤੇਰੇ ਹੇ ਪ੍ਰਮਾਤਮਾ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਦਾ ਤਨ ਵਸਿਆ ਹੋਇਆ ਔਰ ਜਿਹੜੇ ਹਰੀ ਦਾ ਨਾਂ ਲੈਂਦੇ ਹਨ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਇਹਨਾਂ ਦਾ ਆਉਣਾ ਇਨਸਾਨੀ ਰੂਪ ਦੇ ਵਿੱਚ ਜਨਮ ਲੈਣਾ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ ਹੈ ਔਰ ਉਹਨਾਂ ਦੇ ਕੰਮ, ਜਿਹੜੇ ਕੰਮ ਵਾਸਤੇ ਇਨਸਾਨ ਦੀ ਰੂਪ ਵਿੱਚ ਜੂਨ ਦੇ ਵਿੱਚ ਭੇਜਿਆ ਹੁੰਦਾ ਵਾਹਿਗੁਰੂ ਨੇ, ਉਹ ਉਹਨਾਂ ਨੇ ਆਪਣੇ ਕੰਮ ਪੂਰੇ ਕਰ ਲਏ ਹਨ ਔਰ ਉਹ ਸਫਲ ਹੋ ਗਏ ਹਨ। ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ। ਚਰਨ ਧੂੜ ਮੁਖ ਲਾਈ ਰਹਾਓ। ਹੇ ਮੇਰੇ ਰਾਮ, ਹੇ ਮੇਰੇ ਪਰਮਾਤਮਾ, ਇਹੋ ਜਿਹੇ ਹਰੀਜਨਾਂ ਦੇ ਜਿਹੜੇ ਤੇਰੇ ਭਗਤ ਹਨ, ਮੈਂ ਹਮੇਸ਼ਾ ਉਹਨਾਂ ਤੋਂ ਵਾਰੀ ਜਾਂਦਾ ਹਾਂ, ਬਲ ਜਾਂਦਾ ਹਾਂ। ਗੁਰੂ ਸਾਹਿਬ ਉਸ ਤੋਂ ਬਾਅਦ ਦੱਸ ਰਹੇ ਹਨ ਕਿ ਮੈਂ ਕਿੱਥੋਂ ਤੱਕ ਉਹਨਾਂ ਦੇ ਨਾਲ ਪਿਆਰ ਹੈ ਮੇਰਾ ਔਰ ਇੱਜ਼ਤ ਹੈ ਮੇਰੀ। ਕੇਸਾ ਕਾ ਕਰ ਚਵਰ ਟੁਲਾਵਾਂ, ਮੈਂ ਆਪਣੇ ਵਾਲਾਂ ਦਾ ਚਵਰ ਬਣਾ ਕੇ ਉਹਨਾਂ ਦੇ ਉੱਤੋਂ ਚਵਰ ਚੁਲਾਵਾਂਗਾ ਉਹਨਾਂ ਦੇ ਉੱਤੇ, ਔਰ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਆਪਣੇ ਮੁੱਖ 'ਤੇ ਲਾਵਾਂਗਾ। ਮਤਲਬ ਗੁਰੂ ਸਾਹਿਬ ਆਪਣੇ ਮਨ ਦੀ ਉਹਨਾਂ ਵਾਸਤੇ ਇੱਜ਼ਤ ਦੱਸ ਰਹੇ ਹਨ ਕਿ ਇੰਨੀ ਇੱਜ਼ਤ ਉਹਨਾਂ ਦੀ ਸਾਨੂੰ ਕਰਨੀ ਚਾਹੀਦੀ ਹੈ, ਜਿਸ ਦਾ ਕੋਈ ਲਿਮਿਟ ਹੀ ਨਹੀਂ ਹੈ। ਉਸ ਇੱਜ਼ਤ ਦੀ ਐਂਡਲੈਸ ਇੱਜ਼ਤ ਸਾਨੂੰ ਕਰਨੀ ਚਾਹੀਦੀ ਹੈ। ਨੈਕਸਟ ਹੈ ਜੀ, ਇਹ ਰਹਾਉ ਦੀ ਤੁਕ ਸੀ। ਨੈਕਸਟ ਹੈ ਜਨਮ ਮਰਨ ਦੂਹੋਂ ਮਹਿਨਾਹੀ, ਜਨ ਪਰ ਉਪਕਾਰੀ ਆਏ। ਜੀਏ ਦਾਨ ਦੇ ਭਗਤੀ ਲਾਇਨ, ਹਰਸ਼ੋ ਲੈਣ ਮਿਲਾਏ। ਇਹ ਜਿਹੜੇ ਇਹੋ ਜਿਹੇ ਭਗਤ ਨੇ, ਉਹ ਨਾ ਜਨਮ ਵਿੱਚ ਹੁੰਦੇ ਨੇ ਨਾ ਮਰਨ ਵਿੱਚ ਹੁੰਦੇ ਨੇ। ਉਹ ਤਾਂ ਸਿਰਫ ਧਰਤੀ ਦੇ ਉੱਤੇ ਆਏ ਨੇ ਉਪਕਾਰ ਕਰਨ ਵਾਸਤੇ, ਸਾਰਿਆਂ ਨੂੰ ਠੀਕ ਰਸਤੇ ਉੱਤੇ ਲਾਉਣ ਵਾਸਤੇ, ਸਾਰਿਆਂ ਨੂੰ ਭਲਾਈ ਦੇ ਰਸਤੇ ਉੱਤੇ ਲਾਉਣ ਵਾਸਤੇ। ਦੀਨ ਦਾਨ ਕੇ ਭਗਤੀ ਲਾਇਨ, ਉਹ ਸਾਰੇ ਜੀਅਦਾਨ ਦੇ ਭਗਤੀ ਲਾਇਨ, ਉਹ ਸਾਰਿਆਂ ਨੂੰ ਆਤਮਿਕ ਜੀਵਨ ਦਾ ਠੀਕ ਰਸਤੇ ਦਾ ਦਾਨ ਦਿੰਦੇ ਹਨ ਔਰ ਸਾਰਿਆਂ ਨੂੰ ਉਹ ਭਗਤੀ ਉੱਤੇ ਲਾਉਂਦੇ ਹਨ। ਹਰਸ਼ੋ ਲੈਣ ਮਿਲਾਏ, ਔਰ ਉਹਨਾਂ ਨੂੰ ਭਗਤੀ ਉੱਤੇ ਲਗਾ ਕੇ ਵਾਹਿਗੁਰੂ ਦੇ ਨਾਲ ਮਿਲਵਾਉਂਦੇ ਹਨ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿਸ ਜਾਤੇ। ਉਹ ਤੇਰੇ ਨਾਲ ਸੱਚੀ ਪ੍ਰੇਮ ਦੀ ਭਾਵਨਾ ਦੇ ਨਾਲ ਜੁੜੇ ਹੋਏ ਹਨ। ਉਹਨਾਂ ਦਾ ਜਿਹੜਾ ਹੁਕਮ ਹੈ ਉਹ ਵੀ ਹਮੇਸ਼ਾ ਸਥਿਰ ਰਹਿੰਦਾ ਹੈ। ਉਹ ਸੱਚੀਆਂ ਪਾਤਸ਼ਾਹੀਆਂ ਵੱਲ, ਉਹਨਾਂ ਦੀ ਪਾਤਸ਼ਾਹੀਆਂ ਵੀ ਜਿਹੜੀਆਂ ਨੇ ਉਹ ਪੱਕੀਆਂ ਰਹਿੰਦੀਆਂ ਹਨ। ਸੱਚਾ ਸੁਖ ਸੱਚੀ ਵਡਿਆਈ, ਉਹਨਾਂ ਨੂੰ ਹਮੇਸ਼ਾ, ਉਹਨਾਂ ਦੀ ਆਤਮਾ ਨੂੰ ਹਮੇਸ਼ਾ ਸੁੱਖ ਮਿਲਦਾ ਹੈ ਔਰ ਉਹਨਾਂ ਦੀ ਹਰ ਥਾਂ 'ਤੇ ਵਡਿਆਈ ਹਮੇਸ਼ਾ ਹੁੰਦੀ ਰਹਿੰਦੀ ਹੈ। ਜਿਸਕੇ ਸੇ ਤਿਨ ਜਾਤੇ, ਉਹਨਾਂ ਨੂੰ ਉਹ ਪਰਮਾਤਮਾ ਨੇ ਹੀ ਪਛਾਣਿਆ ਹੈ ਔਰ ਇੱਥੇ ਭੇਜਿਆ ਹੈ। ਪੱਖਾ ਫੇਰੀ ਪਾਣੀ ਟੋਵਾਂ, ਹਰ ਜਨ ਕਹਿ ਪੀਸਣ ਪੀਸ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾਂ। ਮੈਂ ਉਹਨਾਂ ਦੇ ਵਾਸਤੇ
ਉਹਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਲੱਗਾ ਰਵਾਂ। ਨਾਨਕ ਕੇ ਪ੍ਰਭ ਪਾਸ ਬੇਨੰਤੀ, ਨਾਨਕ ਕਹਿ ਰਹੇ ਹਨ ਕਿ ਮੇਰੀ ਪ੍ਰਭੂ ਦੇ ਅੱਗੇ ਬੇਨਤੀ ਹੈ ਕਿ ਇਹੋ ਜਿਹੇ ਤੇਰੇ ਭਗਤ ਹਨ ਮੈਂ ਉਹਨਾਂ ਨੂੰ ਮਿਲ ਪਾਵਾਂ ਔਰ ਮਿਲ ਕੇ ਉਹਨਾਂ ਦੀ ਸੇਵਾ ਵਿੱਚ ਲੱਗਾ ਰਵਾਂ, ਉਹਨਾਂ ਦੇ ਲਈ ਪੱਖਾ ਫੇਰਦਾ ਰਹਾਂ, ਪਾਣੀ ਉਹਨਾਂ ਦੇ ਵਾਸਤੇ ਢੋ ਢੋ ਕੇ। ਪਹਿਲੇ ਟਾਈਮ ਦੇ ਉੱਤੇ ਪਾਣੀ, ਅੱਜ ਤੇ ਨਲਕੇ ਖੋਲ੍ਹੋ ਤੇ ਪਾਣੀ ਆ ਜਾਂਦਾ, ਪਹਿਲੇ ਦੂਰੋਂ ਪਾਣੀ ਲੈ ਕੇ ਆਉਣੇ ਹੁੰਦੇ ਸੀਗੇ। ਉਹ ਪਾਣੀ ਭਰ ਭਰ ਕੇ ਢੋ ਕੇ ਉਹਨਾਂ ਦੇ ਲਈ ਲੈ ਕੇ ਆਵਾਂ ਔਰ ਉਹਨਾਂ ਦੇ ਵਾਸਤੇ ਮੈਂ ਆਟਾ ਪੀਸਣ ਜਾਂ ਚੱਕੀ ਚਲਾ ਕੇ ਉਹਨਾਂ ਵਾਸਤੇ ਖਾਣੇ ਦਾ ਵੀ ਪ੍ਰਬੰਧ ਕਰਾਂ। ਨੈਕਸਟ ਸ਼ਬਦ ਹੈ ਜੀ ਸੂਹੀ ਮਹੱਲਾ ਪੰਜਵਾਂ ਦਾ ਹੀ 45th ਸ਼ਬਦ, ਅਸੀਂ 54th ਸ਼ਬਦ ਹੁਣੇ ਅਸੀਂ ਪੜ੍ਹਿਆ ਜੀ। ਹੁਣ 55th ਸ਼ਬਦ ਪੜ੍ਹਨੇ ਜਾ ਰਹੇ ਹਾਂ ਜੀ। ਇਹਦੀ ਰਹਾਉ ਦੀ ਤੁਕ, ਮੇਰੇ ਰਾਮ ਰਾਏ ਜਿਉ ਰੱਖ ਤਿਉ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਹੇ ਮੇਰੇ ਰਾਮ, ਹੇ ਮੇਰੇ ਪਰਮਾਤਮਾ, ਜਿੱਦਾਂ ਰੱਖੇ ਮੈਂ ਉੱਦਾਂ ਹੀ ਰਹਾਂਗਾ, ਉਹਦੇ ਵਿੱਚ ਹੀ ਖੁਸ਼ ਰਹਾਂਗਾ। ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਜੇ ਤੈਨੂੰ ਚੰਗਾ ਲੱਗੇ ਤੇ ਮੈਨੂੰ ਆਪਣਾ ਨਾਮ ਜਪਵਾ, ਤੇ ਤੇਰੇ ਜੋ ਕੁਝ ਤੂੰ ਦੇਵੇਂਗਾ ਉਹਦੇ ਵਿੱਚ ਮੈਂ ਸੁਖੀ ਰਹਾਂਗਾ। ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਆਪੇ ਕਰਨੇ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। हे परमात्मा पार ब्रह्म, हे परमेश्वर वाहिगुरु, हे गुरु, तू आप ही सब कुछ ਕਰਨ ਕਰਾਉਣ ਵਾਲਾ ਹੈ। ਇੱਥੇ ਤੁਸੀਂ ਦੇਖੋਗੇ ਇਸ ਸ਼ਬਦ ਦੇ ਵਿੱਚ ਪਰਮਾਤਮਾ ਔਰ ਗੁਰੂ ਦੋਨਾਂ ਨੂੰ ਹੀ ਇੱਕੋ ਲਾਈਨ ਦੇ ਵਿੱਚ ਕਰਨੇਹਾਰ, ਕਰਨ ਕਰਾਉਣ ਵਾਲਾ ਦੱਸਿਆ ਗਿਆ, ਕੋਈ ਡਿਫਰੈਂਸ ਨਹੀਂ ਦੱਸਿਆ ਗਿਆ ਉਹਦੇ ਵਿੱਚ। ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਮੈਂ ਤੇਰਾ ਸੇਵਕ, ਮੈਂ ਤੇਰਾ ਸਲੇਵ, ਮੈਂ ਤੇਰੇ ਚਰਨਾਂ ਦੀ ਧੂੜ ਮੰਗਦਾ ਹਾਂ। ਮਤਲਬ ਕਿ ਤੇਰੇ ਸੋਚ ਦੀ ਸਾਰੀ ਦੀ ਸਾਰੀ ਸਿੱਖਿਆ ਮੰਗਦਾ ਹਾਂ। ਮੈਨੂੰ ਦਰਸ਼ਨ ਦੇ, ਮੈਂ ਤੇਰੇ ਕੋ ਵਾਰੀ ਜਾਨਾ ਹਾਂ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੇ। ਇਹ ਜਿਹੜੀ ਤੇਰੀ ਸੇਵਾ ਹੈ, ਮੈਨੂੰ ਮੇਰੇ ਪਾਪਾਂ ਤੋਂ ਮੁਕਤ ਕਰ ਦਿੰਦੀ ਹੈ ਔਰ ਦੁਨੀਆ ਦੇ ਸੁੱਖਾਂ ਦਾ ਭੋਗ ਵੀ ਇਹੋ ਤੇਰੀ ਸੇਵਾ ਤੋਂ ਹੀ ਮਿਲਦਾ ਹੈ। ਔਰ ਤੇਰੀ ਸੇਵਾ ਕਰਨ ਤੋਂ ਹੀ ਮੈਨੂੰ ਆਪਣੇ ਚੰਗੇ ਆਤਮਿਕ ਜੀਵਨ ਦਾ ਰਸਤਾ ਲੱਭਦਾ ਹੈ। ਔਰ ਇਹ ਤੂੰ ਆਪ ਹੀ ਕਰਵਾਉਂਦਾ ਹੈ। ਮੇਰੇ ਵਿੱਚ ਕੋਈ ਹਿੰਮਤ ਨਹੀਂ ਕਿ ਮੈਂ ਆਪ ਖੁਦ ਕਰ ਸਕਾਂ, ਇਹ ਤੂੰ ਆਪ ਹੀ ਕਰਵਾਉਂਦਾ ਹੈ। ਤਹਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਹੇ। ਜਿੱਥੇ ਵੀ ਤੇਰੀ ਸਿਫਤ ਸਲਾਹ ਹੋ ਰਹੀ ਹੁੰਦੀ ਹੈ, ਉਹ ਮੇਰੇ ਵਾਸਤੇ ਔਰ ਅਸਲੀਅਤ ਵਿੱਚ ਸਵਰਗ ਹੀ ਹੈ। ਤੂੰ ਆਪ ਹੀ ਉਸ ਲੈਵਲ ਦੀ ਮੇਰੇ ਮਨ ਦੇ ਵਿੱਚ ਸ਼ਰਧਾ, ਅਫੈਕਸ਼ਨ ਕ੍ਰੀਏਟ ਕਰਕੇ ਤੂੰ ਇਹ ਮੇਰੇ ਕੋਲੋਂ ਕੀਰਤਨ ਕਰਵਾਉਂਦਾ ਹੈ। ਸਿਮਰ 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 ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ। ਮੈਂ ਤੇਰਾ ਨਾਮ ਚੇਤੇ ਕਰ ਕਰਕੇ, ਬੋਲ ਬੋਲ ਕੇ, ਜਪ ਜਪ ਕੇ, ਮੈਂ ਤੇਰੇ ਨਾਮ ਦੇ ਨਾਲ ਹੀ ਜ਼ਿੰਦਾ ਹਾਂ ਔਰ ਮੇਰਾ ਤਨ ਔਰ ਮਨ ਸਾਰਾ ਕੁਛ ਆਨੰਦ ਵਿੱਚ ਆ ਗਿਆ ਹੈ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਹੇ ਮੇਰੇ ਗੁਰੂ, ਹੇ ਮੇਰੇ ਸਤਿਗੁਰੂ, ਹੇ ਦੀਨਾਂ ਦੇ ਗਰੀਬਾਂ ਦੇ ਉੱਤੇ ਕਿਰਪਾ ਕਰਨ ਵਾਲੇ, ਹੇ ਮੇਰੇ ਸਤਿਗੁਰੂ, ਮੈਂ ਤੇਰੇ
ਹਰ ਟਾਈਮ ਦੇ ਉੱਤੇ ਕਮਲ ਫੁੱਲ ਵਰਗੇ ਜਿਹੜੇ ਸੋਹਣੇ ਚਰਨ ਹਨ, ਪੈਰ ਹਨ, ਉਹਨਾਂ ਨੂੰ ਧੋ ਧੋ ਕੇ ਪੀਂਦਾ ਹਾਂ। ਮਤਲਬ ਦੱਸ ਰਹੇ ਹਨ ਕਿ ਗੁਰੂ ਸਾਹਿਬ ਕਿ ਕਿੰਨੀ ਤੁਸੀਂ ਉਹਨਾਂ ਦੀ, ਆਪਣੇ ਗੁਰੂ ਦੀ ਇੱਜ਼ਤ ਔਰ ਮਾਣ ਕਰਨਾ ਹੈ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ, ਨਾਨਕ ਕੋ ਪ੍ਰਭ ਪਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਮੈਂ ਉਸ ਵੇਲੇ ਤੋਂ, ਉਸ ਸੋਹਣੇ ਵੇਲੇ ਤੋਂ ਕੁਰਬਾਨ ਜਾਂਦਾ ਹਾਂ ਜਦੋਂ ਮੈਂ ਤੇਰੇ ਦੁਆਰੇ ਉੱਤੇ ਆ ਪਾਇਆ ਸੀਗਾ। ਨਾਨਕ ਕੋ ਪ੍ਰਭ ਪਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਨੇ ਜਦੋਂ ਕਿਰਪਾ ਕੀਤੀ ਤੇ ਮੈਂ ਸਤਿਗੁਰ ਹਮੇਸ਼ਾ ਲਈ ਪਾ ਲਿਆ, ਔਰ ਸਤਿਗੁਰ ਨੇ ਰਸਤਾ ਦੱਸ ਕੇ ਮੈਨੂੰ ਤੇਰੇ ਦੁਆਰੇ ਪਹੁੰਚਾ ਦਿੱਤਾ। ਔਰ ਜਿਸ ਵੇਲੇ ਦੇ ਉੱਤੇ ਮੈਂ ਤੇਰੇ ਦੁਆਰੇ ਪਹੁੰਚ ਪਾਇਆ, ਮੈਂ ਉਸ ਵੇਲੇ ਦੇ ਵਾਸਤੇ, ਉਹ ਵੇਲਾ ਮੇਰੇ ਲਈ ਬੜਾ ਹੀ ਸੁਖਦਾਈ ਹੈ। ਔਰ ਮੈਂ ਕੁਰਬਾਨ ਜਾਂਦਾ ਹਾਂ ਆਪਣੇ ਗੁਰੂ ਤੋਂ ਵੀ, ਸਤਿਗੁਰੂ ਤੋਂ ਵੀ, ਔਰ ਵਾਹਿਗੁਰੂ ਤੋਂ ਵੀ। ਇਹ ਸੂਹੀ ਮਹੱਲਾ ਦੇ ਵਿੱਚ, ਸੂਹੀ ਦੇ ਰਾਗ ਦੇ ਵਿੱਚ ਅਸੀਂ ਮਹੱਲਾ ਪੰਜਵਾਂ ਦੇ 55 ਨੰਬਰ ਜਿਹੜਾ ਸ਼ਬਦ ਹੈ ਉਹਨਾਂ ਦਾ ਉਚਾਰਿਆ ਹੋਇਆ ਅੱਜ ਪੜ੍ਹਿਆ ਹੈ ਜੀ। ਅੱਜ ਲਈ ਇੰਨਾ ਹੀ। ਬੜੀਆਂ ਗਲਤੀਆਂ ਕੀਤੀਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।